ਤੁਸੀਂ ਸੁਣਿਆ ਹੋਵੇਗਾ ਕਿ ਲੋਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਧਰਨੇ ਲਗਾਏ ਜਾਂਦੇ ਨੇ, ਪਰ ਅੱਜ ਕੌਂਸਲਰ ਸਾਹਿਬ ਦੇ ਵੱਲੋਂ ਹੀ ਧਰਨਾ ਲਗਾਇਆ ਜਾ ਰਿਹਾ। पानी सड़क के उपर आ रहा, कोई सुनवाई नहीं हो रही। अभी प्रधान जी को कह चुके हैं, ईओ को कह चुके हैं, एसओ को कह चुके हैं, हरेक को नाल लैके जा चुके हैं। प्रधान जी बेशक साडे धड़े दे ने, पर गल आपां प्रधान जी दे खिलाफ नहीं, आपां ईओ दे खिलाफ धरना लाया। मिट्टी जिहड़ी हैगी है ना वो गटर पूरन लई, वो भी कौंसलर नूं कहंदे आ तूं ट्राली भेज लिया के भर के असीं गटर पूरीए, ते कोई भी सुनवाई नहीं हो रही। मैं अज भी ईओ साहब ने बड़े प्यार अदब नाल उन्हां सत्कार नाल उन्हां नाल गल कीती आ भी सर आ इदां इदां आ भी सीनियर सिटीजन हैगे आ भी उन्हां दी आपां पेंशन लवाणी आ। उन्हां ने मोरियों मैनूं जवाब ये दिता कि उन्हां दे बेटा बाहर आ जां असीं सर उन्हां दा जिहड़ा है घर दा एक वारी सर्वे करांगे भी उन्हां पेंशन दे कानून ये कहंदा भी जिहड़ा सीनियर सिटीजन हो जांदा आ उहनूं पेंशन दा अधिकार हैगा आ। ते मैं नहीं साइन करने, मैं इन्हां दी पेंशन जिदबाजी ते अड़ गया भी मैं रिजेक्ट ही करनी आ। लोकी घरों बेघर होए पे या किराया ते अपना घर छड्ड के ਉਹ ਬਾਲੇ ਛੱਤਾਂ ਦੀ ਸਕੀਮ ਨੂੰ ਆਪਣੇ ਤਰਸਦੇ ਆ, ਪੈਸੇ ਮਾਰਨ ਨੂੰ ਰੋਜ਼ ਲੈਣ ਨੂੰ ਗੇੜਾ ਮਾਰਦੇ ਆ ਇੱਥੇ। ਇਹ ਕਿਹੜੀ ਗੱਲ ਆ ਦੱਸੋ। ਹੁਣ ਉਹ ਈਓ ਸਾਹਿਬ ਨੇ ਸਾਈਨ ਕਰਨ ਤੋਂ ਮਨਾ ਕਰਤਾ, ਬਿਲਕੁਲ ਕਹਿ ਦਿੱਤਾ ਵੀ ਮੈਂ ਇਹ ਕਾਰਡ ਰਿਜੈਕਟ ਕਰਨਾ। ਹੁਣ ਕੀ ਲੱਗਦਾ ਜਿੱਦਬਾਜੀ ਹੋ ਗਈ ਜਾਂ ਕੋਈ ਕਮੀਆਂ ਪਈਆਂ? ਜਿੱਦਬਾਜੀ ਹੋ ਗਈ ਉਹਨਾਂ ਦੀ ਵੀ ਰਿਜੈਕਟ ਕਰਨੀ ਆ ਪੈਨਸ਼ਨ। ਮੈਂ ਕਹਿੰਦਾ ਵੀ ਜੇ ਰਿਜੈਕਟ ਕਰਨੀ ਤੁਸੀਂ ਲਿਖ ਕੇ ਦੇ ਦਿਓ ਵੀ ਇਹ ਨਹੀਂ ਹੱਕਦਾਰ ਹੈਗੇ। क्योंकि सरकार की पॉलिसी है भी जिहदी आमदन वध होवे जां बच्चे बाहर गए होण उहनूं पेंशन नहीं लग सकती। मैं बजुर्गों नूं कह दित्ता। ਸਾਈਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਆਪਣਾ ਲਵਲੀ ਕੁਮਾਰ। ਸੋ ਦੋਸਤੋ ਅੱਜ ਨਗਰ ਕੌਂਸਲ ਦਫ਼ਤਰ ਨੂਰਮਹਿਲ ਵਿਖੇ ਮੌਜੂਦ ਆ, ਜਿੱਥੇ ਕੌਂਸਲਰ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ। ਤੁਸੀਂ ਸੁਣਿਆ ਹੋਵੇਗਾ ਕਿ ਲੋਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਧਰਨੇ ਲਗਾਏ ਜਾਂਦੇ ਨੇ, ਪਰ ਅੱਜ ਕੌਂਸਲਰ ਸਾਹਿਬ ਦੇ ਵੱਲੋਂ ਹੀ ਧਰਨਾ ਲਗਾਇਆ ਜਾ ਰਿਹਾ। ਗੱਲਬਾਤ ਕਰਦੇ ਆ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਕੀ ਗੱਲ ਹੋ ਗਈ ਅੱਜ ਨਗਰ ਕੌਂਸਲ ਦਫ਼ਤਰ ਦੇ ਵਿੱਚ ਧਰਨਾ ਲਗਾਇਆ ਜਾ ਰਿਹਾ, ਜਦ ਕਿ ਗੱਲ ਕੀਤੀ ਜਾਵੇ ਤੁਹਾਡੇ ਹੀ ਧੜੇ ਦੇ ਪ੍ਰਧਾਨ ਨੇ, ਇਹੋ ਜੀ ਕਿਹੜੀ ਸਮੱਸਿਆ ਆ ਗਈ ਕਿ ਤੁਹਾਨੂੰ ਨਗਰ ਕੌਂਸਲ ਦਫ਼ਤਰ ਦੇ ਵਿੱਚ ਧਰਨਾ ਲਾਉਣਾ ਪੈ ਗਿਆ ਜੀ? ਪ੍ਰਧਾਨ ਜੀ ਬੇਸ਼ੱਕ ਸਾਡੇ ਧੜੇ ਦੇ ਨੇ, ਪਰ ਗੱਲ ਆਪਾਂ ਪ੍ਰਧਾਨ ਜੀ ਦੇ ਖਿਲਾਫ ਨਹੀਂ, ਆਪਾਂ ਈਓ ਦੇ ਖਿਲਾਫ ਧਰਨਾ ਲਾਇਆ। ਉਹ ਇਸ ਕਰਕੇ ਲਾਇਆ, ਲਗਭਗ ਪਿਛਲੇ ਕਾਫੀ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕੋਈ ਵੀ ਸਾਡਾ ਸੀਨੀਅਰ ਸਿਟੀਜ਼ਨ ਪੈਨਸ਼ਨ ਦੇ ਫਾਰਮ ਲੈ ਕੇ ਇੱਥੇ ਆਂਦਾ ਆ ਤਾਂ ਉਹਨੂੰ ਘੱਟੋ ਘੱਟ ਨਹੀਂ ਹਫਤਾ 10 ਦਿਨ ਵਾਸਤੇ ਮੋੜ ਦਿੱਤਾ ਜਾਂਦਾ ਹੈ ਵੀ ਕੱਲ ਕਰਦੇ ਸਾਈਨ, ਕੱਲ ਕਰਦੇ ਆ। ਇਸ ਕਰਕੇ ਉਹ ਕਾਫੀ ਉਹਨਾਂ ਨੂੰ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਆ, ਕਿਉਂਕਿ ਗਰਮੀ ਦਾ ਦਿਨ ਆ, ਤੁਹਾਨੂੰ ਪਤਾ ਗਰਮੀ ਦਾ ਮੌਸਮ ਚੱਲਦਾ, ਅਗਲਾ ਸਾਈਕਲ ਤੇ ਆਂਦਾ ਭੁੱਖਾ ਤੇ ਆਂਦਾ ਨਾ, ਅਗਲੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਇੱਥੇ। ਇਹ ਆਪਾਂ ਨੂੰ ਵਧੀਆ ਨਹੀਂ ਲੱਗਾ। ਔਰ ਮੈਂ ਅੱਜ ਵੀ ਈਓ ਸਾਹਿਬ ਨਾਲ ਬੜੇ ਪਿਆਰ ਅਦਬ ਨਾਲ ਉਹਨਾਂ ਸਤਿਕਾਰ ਨਾਲ ਉਹਨਾਂ ਨਾਲ ਗੱਲ ਕੀਤੀ ਆ ਵੀ ਸਰ ਆ ਇਦਾਂ ਇਦਾਂ ਆ ਵੀ ਸੀਨੀਅਰ ਸਿਟੀਜ਼ਨ ਹੈਗੇ ਆ ਵੀ ਉਹਨਾਂ ਦੀ ਆਪਾਂ ਪੈਨਸ਼ਨ ਲਵਾਣੀ ਆ। ਉਹਨਾਂ ਨੇ ਮੋਰਿਓਂ ਮੈਨੂੰ ਜਵਾਬ ਇਹ ਦਿੱਤਾ ਕਿ ਉਹਨਾਂ ਦੇ ਬੇਟਾ ਬਾਹਰ ਆ ਜਾਂ ਅਸੀਂ ਸਰ ਉਹਨਾਂ ਦਾ ਜਿਹੜਾ ਹੈ ਘਰ ਦਾ ਇੱਕ ਵਾਰੀ ਸਰਵੇ ਕਰਾਂਗੇ ਵੀ ਉਹਨਾਂ ਪੈਨਸ਼ਨ ਦੇ ਕਾਨੂੰਨ ਇਹ ਕਹਿੰਦਾ ਵੀ ਜਿਹੜਾ ਸੀਨੀਅਰ ਸਿਟੀਜ਼ਨ ਹੋ ਜਾਂਦਾ ਆ ਉਹਨੂੰ ਪੈਨਸ਼ਨ ਦਾ ਅਧਿਕਾਰ ਹੈਗਾ ਆ। ਤੇ ਅੱਜ ਜਦੋਂ ਕਹਿੰਦੇ ਮੈਂ ਨਹੀਂ ਸਾਈਨ ਕਰਨੇ, ਮੈਂ ਇਹਨਾਂ ਦੀ ਪੈਨਸ਼ਨ ਜਿੱਦਬਾਜੀ ਤੇ ਅੜ ਗਿਆ ਵੀ ਮੈਂ ਰਿਜੈਕਟ ਹੀ ਕਰਨੀ ਆ। ਰਿਜੈਕਟ ਕਰਨੀ ਆ ਤੁਸੀਂ ਕਰੋ, ਫਿਰ ਲਿਖ ਕੇ ਦਿਓ ਮੈਨੂੰ ਰਿਟਰਨ 'ਚ ਵੀ ਜਿਹੜਾ ਸੀਨੀਅਰ ਸਿਟੀਜ਼ਨ ਆ ਉਹਨੂੰ ਪੈਨਸ਼ਨ ਦਾ ਅਧਿਕਾਰ ਨਹੀਂ ਹੈਗਾ। ਸਰਕਾਰ ਵੀ ਦੱਸ ਦੇਵੇ ਵੀ ਇਹ ਸਰਕਾਰ ਦੇ ਕੋਲੋਂ ਵੀ ਮੰਗ ਇਹ ਕਰਦੇ ਜੇ ਸੀਨੀਅਰ ਸਿਟੀਜ਼ਨ ਨੂੰ ਪੈਨਸ਼ਨ ਦਾ ਅਧਿਕਾਰ ਨਹੀਂ, ਆਪਾਂ ਉਹਨਾਂ ਨੂੰ ਫਿਰ ਕੁਛ ਨਾ ਕੁਛ ਤਾਂ ਰਾਹ ਦੇਣਾ ਹੀ ਆ ਜੀ। ਇਸ ਕਰਕੇ ਥੋੜੀ ਜਿਹੀ ਬਹਿਸਬਾਜੀ ਹੋਈ ਆ। ਚੱਲੇ ਸੀਗੇ, ਮੈਂ ਮੀਟਿੰਗ 'ਤੇ ਜਾਣਾ, ਪਰ ਮੈਂ ਕਿਹਾ ਆਪਾਂ ਦੇਖੋ ਜੀ ਜਿਹੜਾ ਕੰਮ ਕਰਾਉਣਾ ਆਪਾਂ ਜਾਇਜ਼ ਕੰਮ ਕਰਾਉਣਾ, ਜੇ ਮੈਂ ਕੋਈ ਨਜਾਇਜ਼ ਕੰਮ ਕਰਾਉਂਦਾ ਤਾਂ ਮੈਨੂੰ ਦੱਸੋ। ਮੈਂ ਦੂਜੀ ਗੱਲ, ਅੱਜ ਤੋਂ ਲਗਭਗ ਪਿਛਲੇ ਕਾਫੀ ਲੰਬੇ ਸਮੇਂ ਸੈਂਟਰ ਸਰਕਾਰ ਦੀ ਜਿਹੜੀ ਸਕੀਮ ਚੱਲ ਰਹੀ ਹੈ ਬਾਲੀ ਛੱਤਾਂ ਦੇ, ਜਿਹੜਾ ਉਹਦੇ ਅਕੋਰਡਿੰਗ ਉਹਨਾਂ ਨੂੰ ਘਰਾਂ ਨੂੰ ਮੇਰੇ ਖਿਆਲ ਨਾਲ 1.5 ਲੱਖ ਰੁਪਈਆ ਦਿੰਦੇ ਆ। ਉਹ ਫਾਈਲਾਂ ਉੱਤੇ ਕਾਫੀ ਟੇਬਲ 'ਤੇ ਫਾਈਲਾਂ ਪਈਆਂ ਆ, ਕਿਸੇ ਦੀ ਫਾਈਲ ਪਾਸ ਨਹੀਂ, ਕਿਸੇ ਦੀਆਂ ਕਿਸ਼ਤਾਂ, ਲੋਕੀ ਘਰੋਂ ਬੇਘਰ ਹੋਏ ਪਏ ਆ ਕਿਰਾਇਆ ਤੇ ਆਪਣਾ ਘਰ ਛੱਡ ਕੇ ਉਹ ਬਾਲੇ ਛੱਤਾਂ ਦੀ ਸਕੀਮ ਨੂੰ ਆਪਣੇ ਤਰਸਦੇ ਆ, ਪੈਸੇ ਮਾਰਨ ਨੂੰ ਰੋਜ਼ ਲੈਣ ਨੂੰ ਗੇੜਾ ਮਾਰਦੇ ਆ ਇੱਥੇ। ਇਹ ਕਿਹੜੀ ਗੱਲ ਆ ਦੱਸੋ ਮੈਨੂੰ? ਇਹ ਚੰਗੀਆਂ ਗੱਲਾਂ ਨਹੀਂ। ਤੁਹਾਨੂੰ ਟੋਕਣਾ ਚਾਹੂੰਗਾ, ਗੱਲ ਕੀਤੀ ਜਾਵੇ ਵੀ ਈਓ ਸਾਹਿਬ ਦੀ ਵੀ ਕੋਈ ਮਜਬੂਰੀ ਹੋਊਗੀ ਜਿਹੜੇ ਉਹ ਸਾਈਨ ਨਹੀਂ ਕਰਦੇ। ਜੇਕਰ ਲਾਅ ਦੇ ਮੁਤਾਬਕ ਆਪਾਂ ਗੱਲ ਕੀਤੀ ਜਾਵੇ, ਤੁਸੀਂ ਕਹਿੰਦੇ ਆ ਵੀ ਪੈਨਸ਼ਨ ਦੇਣੀ ਜ਼ਰੂਰੀ ਆ, ਪਰ ਕੀ ਪਤਾ ਸਰਕਾਰ ਦੇ ਕੀ ਲਾਅ ਨੇ ਵੀ ਜਿਹੜਾ ਉਹਨਾਂ ਨੂੰ ਪੈਨਸ਼ਨ ਨਹੀਂ ਦੇ ਰਹੇ, ਕੋਈ ਨਾ ਕੋਈ ਤਾਂ ਸਮੱਸਿਆ ਹੋਊਗੀ ਉਹਦੇ ਵਿੱਚ। ਦੱਸਣ ਫਿਰ ਨਾ ਰਿਟਰਨ ਲਿਖ ਕੇ ਦੇਣ ਵੀ ਆਹ ਸਮੱਸਿਆ ਹੈਗੀਆਂ ਆ, ਫਿਰ ਮੈਂ ਉੱਤੇ ਗੌਰ ਕਰਦਾ ਆ ਵੀ ਚਲੋ ਠੀਕ ਆ ਵੀ ਜਾਇਜ਼ ਆ ਇਹਨਾਂ ਦੀ ਗੱਲ, ਪਰ ਮੈਨੂੰ ਦੱਸਦੇ ਹੀ ਨਹੀਂ ਕਰਨੇ ਸਾਈਨ। ਨਹੀਂ ਕੋਈ ਜਿੱਦਬਾਜੀ ਥੋੜੀ ਆ, ਜਾਂ ਬੰਦੇ ਨੂੰ ਦੱਸ ਦੇਣ ਜਿਹੜਾ ਫਾਰਮ ਲੈ ਕੇ ਆਂਦਾ ਆ ਵੀ ਭਾਈ ਤੇਰੇ ਸਾਈਨ ਨਹੀਂ ਹੋਣੇ ਹੈਗੇ, ਤੂੰ ਪੈਨਸ਼ਨ ਦਾ ਹੱਕਦਾਰ ਨਹੀਂ ਹੈਗਾ। ਇਹ ਗੱਲਾਂ ਥੋੜੋ ਹੋਣੀਆਂ ਹੈਗੀਆਂ। ਇਹ ਸਰ ਗੱਲ ਕੀਤੀ ਜਾਵੇ
ਵੀ ਜਿਹੜੀ ਪੈਨਸ਼ਨ ਆ ਜਾਂ ਉਹ ਕਹਿ ਰਹੇ ਆ ਕਿ ਉਹਨਾਂ ਦਾ ਬੇਟਾ ਬਾਹਰ ਆ, ਕੀ ਪਤਾ ਉਹ ਘਰੋਂ ਸਰਦਾ ਹੀ ਹੋਣ ਜਿਹੜਾ ਪੈਨਸ਼ਨ ਨਹੀਂ ਦੇ ਰਹੇ ਜੀ। ਮੇਰੀ ਸੁਣੋ ਗੱਲ ਜੀ, ਜੇ ਘਰੋਂ ਸਰਦਾ ਹੁੰਦਾ ਤਾਂ ਅਗਲੇ ਨੇ ਪੈਨਸ਼ਨ ਦੇ ਫਾਰਮ ਲੈ ਕੇ ਨਹੀਂ ਆਉਣਾ ਸੀ ਇੱਥੇ। ਜੀ ਹੋਰ ਵੀ ਹੈਗੇ, ਜਾਂ ਸਰਵੇ ਕਰ ਲੈਣ ਸਾਰਿਆਂ ਨੂੰ, ਜਿਹਨਾਂ ਨੂੰ ਅਨਸੈਸਰੀ ਪੈਨਸ਼ਨ ਲੱਗੀਆਂ ਉਹਨਾਂ ਦੀਆਂ ਡਿਲੀਟ ਕਰਵਾ ਮੈਂ ਦੇਣ। ਸਰ ਗੱਲ ਉੱਥੇ ਹੀ ਆਉਣਾ ਚਾਹੁੰਦਾ ਸੀਗਾ, ਉਹੀ ਗੱਲ ਕਰਨੀ ਚਾਹੁੰਦਾ ਸੀ। ਸ਼ਹਿਰ ਦੇ ਵਿੱਚ ਲਗਭਗ ਗੱਲ ਕੀਤੀ ਜਾਵੇ 30% ਜਿਹੜੇ ਨੀਲੇ ਕਾਰਡ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਇਹ ਬਣੇ ਆ ਜਿਹੜੇ ਨਜਾਇਜ਼ ਬਣੇ ਆ, ਜਿਹੜੇ ਕਹਿੰਦੇ ਸੀਗੇ ਵੀ ਆਪਣੇ ਚਹੇਤਿਆਂ ਦੇ ਬਣੇ ਆ। ਕੋਟਲੇ ਦੇ ਵਿੱਚ ਇੱਕ ਬਜ਼ੁਰਗ ਪਰਿਵਾਰ ਆ, ਗੁਰਸਿੱਖ ਪਰਿਵਾਰ ਆ, ਉਹਨਾਂ ਦੇ ਦੋਨੋਂ ਬੇਟੇ ਹੈਂਡੀਕੈਪਡ ਨੇ ਮੈਂਟਲੀ, ਉਹਨਾਂ ਦਾ ਕਾਰਡ ਨਹੀਂ ਬਣਿਆ। ਉਹਦੇ ਉੱਤੇ ਕੀ ਕਹਿਣਾ ਚਾਹੁੰਦੇ? ਪਿਛਲੇ 5 ਸਾਲ ਤੁਹਾਡੀ ਵੀ ਸਰਕਾਰ ਰਹੀ ਹੈ ਜੀ। ਬਹੁਤ ਮਾੜੀ ਗੱਲ ਆ ਜਿਨ੍ਹਾਂ ਨੇ ਇਦਾਂ ਬਣਵਾਏ ਆ ਕਾਰਡ। ਆਪਾਂ ਤਾਂ ਕਹਿੰਦੇ ਜਿਹਨਾਂ ਦੇ ਅਨਨੈਸੈਸਰੀ ਕਾਰਡ ਵੀ ਬਣੇ ਆ ਨਾ, ਉਹਨਾਂ ਦੇ ਕਾਰਡ ਵੀ ਕੱਟੇ ਜਾਣ। ਹੁਣ ਜਿਹੜੀ ਨਵੀਂ ਗਵਰਨਮੈਂਟ ਆਈ ਆ, ਉਹ ਇੱਕ ਆਪਣਾ ਕੋਈ ਵੀ ਮੁਲਾਜ਼ਮ ਇਦਾਂ ਦਾ ਨਿਰਧਾਰਿਤ ਕਰਨ ਵੀ ਘਰ ਘਰ ਜਾ ਕੇ ਸਰਵੇ ਕਰੇ, ਜਿਹੜਾ ਉਸ ਸਕੀਮ ਦਾ ਹੱਕਦਾਰ ਆ ਉਹਨੂੰ ਉਹ ਸਕੀਮ ਮਿਲਣੀ ਚਾਹੀਦੀ। ਬਕਾਇਦਾ ਉਹਦੇ ਘਰ ਦੇ ਬਾਹਰ ਲਿਖ ਕੇ ਲਾ ਦਿੱਤਾ ਜਾਵੇ ਵੀ ਇਹ ਬੰਦਾ ਹੱਕਦਾਰ ਹੈਗਾ ਆ। ਮੇਰੇ ਵਾਰਡ 'ਚ ਵੀ ਇੱਕ ਇਦਾਂ ਦਾ ਹੀ ਹੈਗਾ ਆ ਘਟਨਾ। ਉਹ ਬਲਜੀਤ ਕੌਰ ਨਾਮ ਦੀ ਲੇਡੀਜ਼ ਹੈਗੀ ਆ, ਉਹਨਾਂ ਦਾ ਵੀ ਵਿਚਾਰਿਆਂ ਦਾ ਨੀਲਾ, ਬਾਕੀ ਸਾਰੇ ਲਈ ਜਾਂਦੇ, ਉਹ ਵਿਧਵਾ ਜਨਾਨੀਆਂ ਨੂੰ ਮਿਲਦੇ ਨਹੀਂ ਪਿਆ ਹੈਗਾ ਨੀਲੇ ਕਾਰਡ ਤੇ ਰਾਸ਼ਨ। ਉਹ ਵੀ ਵਿਚਾਰੀ ਰੋਜ਼ ਕਹਿੰਦੀ ਆ ਕਿਸੇ ਨੇ ਉਹਦਾ ਨੀਲਾ ਕਾਰਡ ਨਹੀਂ ਬਣਾਇਆ। ਮੈਂ ਪੂਰੀ ਕੋਸ਼ਿਸ਼ ਕੀਤੀ ਪਰ ਕਿਸੇ ਉਹ ਸਟicker ਦਾ ਕੋਈ ਰੌਲਾ ਸੀਗਾ, ਸਟicker ਕਰਕੇ ਉਹ ਵੀ ਕਾਰਡ ਨਹੀਂ ਬਣਿਆ। ਪਰ ਉਹ ਸਰ ਤੁਹਾਡੀ ਸਰਕਾਰ ਦਾ ਹੀ ਸੀਗਾ ਰੌਲਾ ਜੀ, ਸਟicker ਦਾ। ਕੀ ਕਹਿਣਾ ਚਾਹੁੰਦੇ ਵੀ ਸਰਕਾਰਾਂ ਵੱਲੋਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਚਲਾਈਆਂ ਜਾਂਦੀਆਂ ਆਪਣੇ ਚਹੇਤਿਆਂ ਨੂੰ ਪ੍ਰਮੋਟ ਕਰਨ ਦੇ ਲਈ ਕਿਵੇਂ ਦੇਖਦੇ ਆ? ਮੈਂ ਤਾਂ ਇਹ ਕਹਿੰਦਾ ਸਰਕਾਰ ਦਾ ਇਹ ਅਧਿਕਾਰ ਬਣਦਾ, ਇਹ ਹੱਕ ਬਣਦਾ ਵੀ ਜਿਹਨਾਂ ਨੂੰ ਜ਼ਰੂਰਤ ਆ ਪਬਲਿਕ ਦੇ ਵਿੱਚ, ਜਿਹੜਾ ਵੀ ਆਪਣਾ ਪਰਿਵਾਰ ਰਹਿੰਦਾ ਆ, ਜਿਹੜਾ ਜ਼ਰੂਰਤਮੰਦ ਪਰਿਵਾਰ ਆ, ਉਹਨੂੰ ਇਹ ਫੈਸਿਲਿਟੀਆਂ ਜਿਹੜੀਆਂ ਪ੍ਰੋਵਾਈਡ ਕਰਵਾਉਣ। ਭਾਜੀ ਹੁਣ ਗੱਲ ਕਰੀਏ ਈਓ ਕੋਈ ਵੀ ਸਾਹਿਬ ਦੀ। ਸਰਕਾਰ ਹੋਵੇ, ਭਾਵੇਂ ਸਾਡੀ ਸਰਕਾਰ ਹੋਵੇ, ਭਾਵੇਂ ਕੋਈ ਵੀ ਸਰਕਾਰ ਹੋਵੇ, ਆਪਾਂ ਸਰਕਾਰ, ਮੈਂ ਸਭ ਤੋਂ ਪਹਿਲਾਂ ਇੱਕ ਇਨਸਾਨੀਅਤ ਨਾਤੇ ਇਹ ਗੱਲ ਕਹਿੰਦਾ ਆ। ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਇੱਕ ਇਨਸਾਨੀਅਤ ਨਾਤੇ ਮੈਂ ਇਹ ਗੱਲ ਕਹਿੰਦਾ ਪਿਆ। ਭਾਜੀ ਗੱਲ ਕੀਤੀ ਜਾਵੇ ਈਓ ਸਾਹਿਬ ਦੀ, ਹੁਣ ਉਹ ਈਓ ਸਾਹਿਬ ਨੇ ਸਾਈਨ ਕਰਨ ਤੋਂ ਮਨਾ ਕਰਤਾ, ਬਿਲਕੁਲ ਕਹਿ ਦਿੱਤਾ ਵੀ ਮੈਂ ਇਹ ਕਾਰਡ ਰਿਜੈਕਟ ਕਰਨਾ। ਹੁਣ ਕੀ ਲੱਗਦਾ ਜਿੱਦਬਾਜੀ ਹੋ ਗਈ ਜਾਂ ਕੋਈ ਕਮੀਆਂ ਪੇਸ਼ੀਆਂ ਹੋਣਗੀਆਂ? ਜਿੱਦਬਾਜੀ ਹੋ ਗਈ ਉਹਨਾਂ ਦੀ ਵੀ ਰਿਜੈਕਟ ਕਰਨੀ ਹੈ ਪੈਨਸ਼ਨ। ਮੈਂ ਕਹਿੰਦਾ ਵੀ ਜੇ ਰਿਜੈਕਟ ਕਰਨੀ ਤੁਸੀਂ ਲਿਖ ਕੇ ਦੇ ਦਿਓ ਵੀ ਇਹ ਨਹੀਂ ਹੱਕਦਾਰ ਹੈਗੇ ਇਸ ਪੈਨਸ਼ਨ ਦੇ। ਕਿਉਂ ਨਹੀਂ ਹੈਗੇ ਉਹ ਵੀ ਉਹਦਾ ਰੀਜ਼ਨ ਲਿਖ ਕੇ ਦੇਣਾ ਪੈਣਾ ਹੈ ਵੀ ਕਿਉਂ ਨਹੀਂ ਇਹ ਹੱਕਦਾਰ ਹੈਗੇ। ਜੇ ਸੀਨੀਅਰ ਸਿਟੀਜ਼ਨ ਨੂੰ ਕਿਸੇ ਨੂੰ ਨਹੀਂ ਪੈਨਸ਼ਨ, ਕਿਸੇ ਨੂੰ ਬਣਾ ਦਿਓ ਵੀ ਜਿਹੜੇ ਨਿਆਣੇ ਬਾਹਰ ਗਏ ਉਹਨੂੰ ਕਿਸੇ ਨੂੰ ਪੈਨਸ਼ਨ ਨਹੀਂ ਲੱਗਣੀ ਚਾਹੀਦੀ। ਸਿੱਧੀ ਗੱਲ ਹੈ ਜੀ। ਸੋ ਦੋਸਤੋ ਈਓ ਸਾਹਿਬ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹੋ ਜੀ ਕਿਹੜੀ ਸਮੱਸਿਆ ਆ ਗਈ ਕਿ ਇੱਕ ਕਾਉਂਸਲਰ ਦੇ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਵਿੱਚ ਧਰਨਾ ਲਗਾਉਣਾ ਪੈ ਗਿਆ। ਸੋ ਚੱਲਦੇ ਆ ਈਓ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਜੀ। ਨਾਲ ਵਾਰਡ ਨੰਬਰ 11 ਦੇ ਕਾਉਂਸਲਰ ਸਾਹਿਬ ਸ਼੍ਰੀਮਤੀ ਸੁਮਨ ਸੇਖੜੀ ਜੀ ਦੇ ਹਸਬੰਡ ਮੌਜੂਦਾ। ਸੇਖੜੀ ਸਾਹਿਬ, ਆਵਾਜ਼ ਇੱਕ ਕਾਉਂਸਲਰ ਨੇ ਚੱਕੀ, ਤੁਸੀਂ ਵੀ ਕਮੇਟੀ ਘਰ ਪਹੁੰਚ ਗਏ, ਤੁਹਾਡੇ ਵਾਰਡ 'ਚ ਕਿਹੜੀਆਂ ਸਮੱਸਿਆਵਾਂ ਜੀ? ਮੈਂ ਪਹਿਲਾਂ ਤੁਹਾਡਾ ਸਾਂਝ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਸਾਡੀ ਗੱਲ ਸੁਣਨ ਆਏ ਆ। ਕਿਉਂਕਿ ਸਾਡੇ ਵਾਰਡ ਨੰਬਰ 11 ਮੇਰੀ ਵਾਈਫ ਕਾਉਂਸਲਰ ਆ। ਅਸੀਂ 4 ਮਹੀਨੇ ਸਾਡੇ ਵਾਰਡ ਦੇ ਟੈਂਡਰ ਲੱਗਿਆਂ ਨੂੰ ਹੋ ਗਏ ਆ। ਸਾਡੇ ਵਾਰਡ ਦੇ ਵਿੱਚ ਇੱਕ ਵਾਰੀ ਵੀ ਠੇਕੇਦਾਰ ਨਹੀਂ ਵੜਿਆ। ਅੱਜ ਤਾਈਂ ਕਿੱਟ ਨਹੀਂ ਲੱਗੀ ਵਾਰਡ ਸਾਡੇ ਦੇ ਵਿੱਚ। ਮੇਰੇ ਵਾਰਡ ਦੀ ਸੜਕ ਜਿਹੜੀ ਮੇਨ ਨਕੋਦਰ ਰੋਡ ਆ ਉਹ ਵੀ ਪੱਟ ਕੇ ਸਿੱਟੀ ਆ। 4 ਮਹੀਨੇ ਹੋ ਗਏ ਉਸ ਗੱਲ ਨੂੰ ਵੀ। ਪਾਣੀ ਸੜਕ ਦੇ ਉੱਪਰ ਆ ਰਿਹਾ, ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਪ੍ਰਧਾਨ ਜੀ ਨੂੰ ਕਹਿ ਚੁੱਕੇ ਹਾਂ, ਈਓ ਨੂੰ ਕਹਿ ਚੁੱਕੇ ਹਾਂ, ਐਸਓ ਨੂੰ ਕਹਿ ਚੁੱਕੇ ਹਾਂ, ਹਰੇਕ ਨੂੰ ਨਾਲ ਲੈ ਕੇ ਜਾ ਚੁੱਕੇ ਹਾਂ। ਇਹ ਪ੍ਰੈਂਚੀਆ ਮਹੱਲੇ ਸੀਵਰੇਜ ਨਹੀਂ ਪਿਆ ਆ। ਮੈਂ ਆਪਣੇ ਜਤਨਾਂ ਦੇ ਨਾਲ ਲੁਧਿਆਣੇ ਗਿਆ, ਕਈ ਜਗ੍ਹਾ ਗਿਆ, ਗੁਲਾਡਾ ਵਾਲਿਆਂ ਕੋਲੋਂ ਉਹਨਾਂ ਕੋਲ ਕਰਾ ਕੇ 150 ਫੁੱਟ ਪੈਪ ਸੀਗਾ ਪੈਣ ਵਾਲਾ, ਉਹ ਪਵਾਇਆ। ਉਹ ਹੁਣ ਪੈਪ ਪਵਾਇਆ। ਹੁਣ ਜਿਹੜੇ ਉੱਥੇ ਗਟਰ ਸੀਗੇ, ਗਟਰ ਵੀ ਕਹਿੰਦੇ ਕਾਉਂਸਲਰ ਨੂੰ ਕਹਿ ਰਹੇ ਆ ਕਿ ਮਿੱਟੀ ਤੂੰ ਲਿਆ ਕੇ ਪਾ। ਮਿੱਟੀ ਜਿਹੜੀ ਹੈਗੀ ਹੈ ਨਾ ਉਹ ਗਟਰ ਪੂਰਨ ਲਈ, ਉਹ ਵੀ ਕਾਉਂਸਲਰ ਨੂੰ ਕਹਿੰਦੇ ਆ ਤੂੰ ਟਰਾਲੀ ਭੇਜ ਲਿਆ ਕੇ ਭਰ ਕੇ ਅਸੀਂ ਗਟਰ ਪੂਰੀਏ। ਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਹ ਸੜਕ ਸਾਰੀ ਬੈਠੀ ਆ, ਲੋਕਾਂ ਦੇ ਘਰਾਂ 'ਚ ਪਾਣੀ ਪੈ ਰਿਹਾ ਵਾ। ਕੋਈ ਨਹੀਂ, ਇੱਕ ਦੂਜੇ ਕਹੀ ਜਾਂਦੇ, ਕਦੀ ਉਹਨੂੰ ਕਹਿੰਦੇ ਚਿੱਠੀ ਕੱਢ ਉਹਨੂੰ, ਕਦੀ ਕਹਿੰਦੇ ਕੁਝ ਕਰ। ਕੋਈ ਕੰਮ ਨਹੀਂ ਹੋ ਰਿਹਾ ਕਮੇਟੀ ਦੇ ਵਿੱਚ। ਸੇਖੜੀ ਸਾਹਿਬ, ਗੱਲ ਕੀਤੀ ਜਾਵੇ ਵੀ ਇਹ ਸੱਤਾ ਪਕਸ਼ ਦੇ ਵੱਲੋਂ ਕਾਉਂਸਲਰਾਂ ਨੂੰ ਦਬਾਉਣ ਦੀ ਕੋਸ਼ਿਸ਼ ਵੀ ਆਪਾਂ ਕਹਿ ਸਕਦੇ ਹਾਂ। ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਉਦੋਂ ਵੀ ਇਹੀ ਕੁਝ ਸੀਗਾ, ਉਦੋਂ ਵੀ ਤੁਹਾਡੇ ਵੱਲੋਂ ਆਵਾਜ਼ ਚੱਕੀ ਜਾਂਦੀ ਸੀ ਕਿ ਸਾਡੇ ਕੰਮ ਨਹੀਂ ਹੁੰਦੇ। ਹੁਣ ਸਰਕਾਰ ਬਦਲ ਗਈ, ਹੁਣ ਵੀ ਇਹੀ ਹਾਲ ਆ, ਕਿਵੇਂ ਦੇਖਦੇ ਹੋ ਜੀ? ਕਿਉਂ ਜੀ, ਇੱਕ ਜਿਹੜੀ ਸੱਤਾ ਪਕਸ਼ ਪਹਿਲਾਂ ਸੀਗੀ, ਕਾਂਗਰਸ ਦੀ ਪ੍ਰਧਾਨ ਸੀਗੇ, ਉਹ ਲਾਟਰੀ ਨਾਲ ਪ੍ਰਧਾਨ ਬਣੇ ਸੀਗੇ ਉਹ, ਤੇ ਉਹ ਕਿਸੇ ਦਾ ਸੁਣਦੇ ਨਹੀਂ, ਸੁਣਵਾਈ ਨਹੀਂ ਹੋ ਰਹੀ। ਉਹ ਕਿਸੇ ਦੀ ਨਹੀਂ ਕਰ ਰਹੇ, ਚਾਹੇ ਸੱਤਾ ਪਕਸ਼ ਹੋਵੇ, ਚਾਹੇ ਉਹਨਾਂ ਦੇ ਆਪਣੇ ਕਾਉਂਸਲਰ ਹੋਣ। ਅੱਜ ਧਰਨੇ ਤੇ ਬੈਠੇ ਆ ਦੀਪਕ ਜੀ, ਦੀਪੂ ਜੀ, ਤੇ ਸਾਡੀ ਤਾਂ ਉਦੋਂ ਨਹੀਂ ਸੁਣਵਾਈ 7 ਬੰਦਿਆਂ ਦੀ ਹੋ ਰਹੀ। ਅਸੀਂ 7 ਕਾਉਂਸਲਰ ਆ ਇੱਕ ਪਾਸੇ, ਉਹ 6 ਆ, ਸਾਡੀ ਫੇਰ ਨਹੀਂ ਹੋ ਰਹੀ। ਤੇ ਇਸ ਕਰਕੇ ਜਿਹੜੀ ਹੁਣ ਅਸੀਂ ਉੱਪਰ ਜਾਵਾਂਗੇ, ਚੰਡੀਗੜ੍ਹ ਜਾ ਕੇ ਅਸੀਂ ਸ਼ਿਕਾਇਤ ਕਰਕੇ ਆਵਾਂਗੇ ਇਹਨਾਂ ਸਾਰਿਆਂ ਦੀ
ਕਿ ਸਾਡਾ ਜਿਹੜਾ ਕੋਈ ਵਾਰਡ ਦਾ 7 ਵਾਰਡਾਂ ਦਾ ਕੰਮ ਇੱਕ ਇੱਟ ਨਹੀਂ ਲੱਗੀ ਹਜੇ ਤਾਈਂ ਸਾਡੇ। ਸੈਕਟਰੀ ਸਾਹਿਬ, ਈਓ ਸਾਹਿਬ ਦੇ ਰਵੱਈਏ ਦੀ ਗੱਲ ਕੀਤੀ ਜਾਵੇ ਤਾਂ ਕਿਹੋ ਜਿਹਾ ਰਵੱਈਆ ਜਿਹੜਾ ਕੌਂਸਲਰ ਸਾਹਿਬ ਦੇ ਨਾਲ ਕੀਤਾ ਗਿਆ, ਤੁਹਾਡੇ ਨਾਲ ਵੀ ਇਹੋ ਜਿਹਾ ਵਤੀਰਾ ਹੁੰਦਾ ਕਿ ਨਹੀਂ ਜੀ? ਦੇਖੋ ਜੀ, ਅਸੀਂ ਕਈ ਵਾਰੀ ਉਹਨਾਂ ਨੂੰ ਮਿਲ ਚੁੱਕੇ ਹਾਂ ਜੀ ਅਸੀਂ ਹੁਣੇ ਹੀ ਟੈਲੀਫੋਨ ਕੀਤਾ ਜੀ, ਕੋਈ ਹੁਸ਼ਿਆਰਪੁਰ ਦੇ ਹੈਗੇ ਆ ਜੀ ਠੇਕੇਦਾਰ, ਉਹ ਟੈਲੀਫੋਨ ਕੀਤਾ ਜੀ, ਉਹ ਕੱਲ ਨੂੰ ਤੁਹਾਡੇ ਲੱਗ ਜਾਊਗੇ ਜੀ। ਹੁਣ 4 ਮਹੀਨੇ ਹੋ ਗਏ, ਕੱਲ ਹੀ ਨਹੀਂ ਆ ਰਹੇ ਜੀ ਉਹਨਾਂ ਦੀ। ਸਾਨੂੰ ਤਾਂ ਇਹ ਨਹੀਂ ਪਤਾ ਉਹਨੇ ਆਣਾ ਕਦੋਂ ਆ। ਠੀਕ ਹੈ ਜੀ। ਤੇ ਇਸ ਕਰਕੇ ਸਾਡੇ ਬਾੜਾਂ ਦਾ ਕੰਮ ਖੜਾ, ਲੋਕਾਂ ਦੇ ਮਕਾਨ ਡਿੱਗ ਰਹੇ ਆ, ਸਾਰਾ ਕੁਝ ਹੋ ਰਿਹਾ, ਕੋਈ ਸੁਣਵਾਈ ਨਹੀਂ ਜੀ। ਇਹਦੇ ਬਾਰੇ ਇਹ ਹੈ ਜੀ, ਮੇਰੇ ਕੋਲੇ ਇੱਕ ਬਜ਼ੁਰਗ ਆਏ ਸੀਗੇ, ਉਹ ਕਹਿੰਦੇ ਮੇਰਾ ਪੈਨਸ਼ਨ ਕੇਸ ਹੈਗਾ ਵੀ ਉਹ ਪੈਨਸ਼ਨ ਕੇਸ ਕਰਾਉਣਾ ਹੈ। ਤੇ ਮੈਂ ਉਹ ਕਲਰਕ ਨੂੰ ਬੁਲਾਇਆ, ਮੈਂ ਕਿਹਾ ਵੀ ਇਹਨਾਂ ਦਾ ਪੈਨਸ਼ਨ ਕੇਸ ਜਿਹੜਾ ਹੈਗਾ ਉਹ ਦਿਖਾ ਮੈਨੂੰ। ਉਹ ਬਜ਼ੁਰਗ ਆਪ ਕਹਿਣ ਲੱਗੇ ਵੀ ਮੈਂ ਮਤਲਬ ਕਿ ਮੇਰੇ ਬੱਚੇ ਫੋਰਨ ਗਏ ਹੋਏ ਆ, ਬਾਹਰ ਗਏ ਹੋਏ ਆ। ਤੇ ਮੈਂ ਕਿਹਾ ਬਜ਼ੁਰਗ ਵਿੱਚ ਬੱਚੇ ਫੋਰਨ ਗਏ ਆ ਤੇ ਉਹ ਮੈਂ ਕਿਹਾ ਫਿਰ ਤੁਹਾਨੂੰ ਔਰ ਆਮਦਨ ਵੱਧ ਹੁੰਦੀ ਹੈ, ਮੈਂ ਫਿਰ ਪੈਨਸ਼ਨ ਲੱਗ ਨਹੀਂ ਸਕਦੀ, ਕਿਉਂਕਿ ਸਰਕਾਰ ਦੀ ਪਾਲਿਸੀ ਹੈ ਵੀ ਜਿਹਦੀ ਆਮਦਨ ਵੱਧ ਹੋਵੇ ਜਾਂ ਬੱਚੇ ਬਾਹਰ ਗਏ ਹੋਣ ਉਹਨੂੰ ਪੈਨਸ਼ਨ ਨਹੀਂ ਲੱਗ ਸਕਦੀ। ਮੈਂ ਬਜ਼ੁਰਗਾਂ ਨੂੰ ਕਹਿ ਦਿੱਤਾ ਵੀ ਇਹ ਪੈਨਸ਼ਨ ਲੱਗ ਨਹੀਂ ਸਕਦੀ। ਮੈਂ ਫਿਰ ਕਲਰਕ ਨੂੰ ਬੁਲਾ ਕੇ ਪੁੱਛਿਆ ਉਹਨਾਂ ਸਾਹਮਣੇ, ਉਹਨਾਂ ਤਸੱਲੀ ਵਾਸਤੇ, ਇਹ ਮੁੰਡੇ ਨੇ ਵੀ ਕਿਹਾ ਵੀ ਹਾਂ ਇਹ ਪੈਨਸ਼ਨ ਨਹੀਂ ਲੱਗ ਸਕਦੀ। ਇਸ ਕਰਕੇ ਉਹ ਥੋੜ੍ਹੀ ਦੇਰ ਬਾਅਦ ਇਹ ਕੌਂਸਲ ਸਾਹਿਬ ਆ ਕੇ ਕਹਿੰਦੇ ਵੀ ਉਹ ਕੇਸ ਇੱਦਾਂ ਕਰਕੇ। ਮੈਂ ਕਿਹਾ ਵੀ ਉਹ ਕੌਂਸਲ ਸਾਹਿਬ ਵੀ ਉਹ ਮੌਕਾ ਮੁੰਡਾ ਦੇਖ ਆਇਆ ਵੀ ਉਹ ਉਹਨਾਂ ਦੇ ਬੱਚੇ ਬਾਹਰ ਗਏ, ਆਮਦਨ ਜ਼ਿਆਦਾ ਹੈ, ਜਿੰਨੇ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਵੀ ਉਹ ਪੈਨਸ਼ਨ ਨਹੀਂ ਲੱਗ ਸਕਦੀ। ਇੰਨੇ 'ਚ ਨਾਰਾਜ਼ ਹੋ ਗਏ, ਨਾਰਾਜ਼ ਹੋ ਕੇ ਸੋਕੀ ਮੇਰੇ ਨਾਲ ਬਦਤਮੀਜੀ ਵੀ, ਥੋੜ੍ਹਾ ਜਿਹਾ ਗੁੱਸੇ 'ਚ ਜਾਂ ਬਦਤਮੀਜੀ ਵੀ ਕਰਨ ਲੱਗੇ। ਮੈਂ ਕਿਹਾ ਤੁਸੀਂ ਨਾਰਾਜ਼ ਨਾ ਹੋ ਵੀ ਜਿਹੜੀ ਚੀਜ਼ ਪਾਲਿਸੀ ਸਰਕਾਰ ਦੀ ਹੈਗੀ ਅਸੀਂ ਨਹੀਂ ਕਰ ਸਕਦੇ। ਕਹਿੰਦੇ ਮੈਂ ਧਰਨਾ ਲਾ ਲੈਣਾ ਅੱਗੇ। ਮੈਂ ਬੜਾ ਸਮਝਾਇਆ ਵੀ ਠੀਕ ਨਹੀਂ ਲੱਗਦਾ, ਵੀ ਜੇ ਗੱਲ ਕੋਈ ਸਹੀ ਹੋਵੇ ਤਾਂ ਸਾਨੂੰ ਅਸੀਂ ਮਤਲਬ ਇਤਰਾਜ਼ ਸਾਨੂੰ ਕਰਨ 'ਚ ਹੈ ਨਹੀਂ ਕੋਈ, ਵੀ ਜੇ ਸਹੀ ਕੰਮ ਗਲਤ ਕੰਮ ਮੈਂ ਕਰ ਨਹੀਂ ਸਕਣਾ। ਮੈਂ ਉਹਨਾਂ ਨੂੰ ਕਿਹਾ ਤੇ ਫਿਰ ਜਾ ਕੇ ਧਰਨਾ ਲਾ ਸੋਕੀ। ਮੈਨੂੰ ਵੀ ਮੇਰੀ ਮੀਟਿੰਗ ਸੀ ਉੱਥੇ ਬਿਲਗਾ, ਕੋਈ ਬੁਲਾਇਆ ਸੀ, ਮੈਨੂੰ ਜਾਣ ਨਹੀਂ ਦਿੱਤਾ ਇਹਨਾਂ ਨੇ ਵੀ ਅਸੀਂ ਤੁਸੀਂ ਭੱਜ ਚੱਲੇ ਹੋ। ਮੈਂ ਕਿਹਾ ਭੱਜਣਾ ਕਾਹਦੇ ਵਾਸਤੇ, ਸਾਡੀ ਡਿਊਟੀ ਹੈ ਸਰਕਾਰ ਦੇ ਹੁਕਮਾਂ ਦੀ ਪਾਲਣਾ ਉਹਦੀ ਕਰਨੀ ਆ, ਜਿਹੜੀ ਮਤਲਬ ਸਾਨੂੰ ਹੁਕਮ ਹੁੰਦੇ ਉਹ ਜਿਹੜੇ ਜਾਇਜ਼ ਆ। ਇਹਨਾਂ ਦੇ ਮਕਾਨ ਨਹੀਂ ਸ਼ੁਰੂ ਹੋਏ, ਸਰਕਾਰ ਤੋਂ ਪਾਲਿਸੀ ਹੈ ਅਸੀਂ ਇਹਨਾਂ ਨੂੰ ਬਾਰ-ਬਾਰ ਬੁਲਾ ਕੇ ਕਹਿੰਦੇ ਵੀ ਆਪਣੇ ਮਕਾਨ ਸ਼ੁਰੂ ਕਰੋ, ਪੈਸੇ ਲਾਓ। ਉਹ ਜੇ ਨਹੀਂ ਸ਼ੁਰੂ ਕਰ ਦਿੱਤਾ ਉਹ 'ਚ ਅਸੀਂ ਪੈਸੇ ਨਹੀਂ ਪਾ ਸਕਣੇ ਉਹਨਾਂ ਦੇ। ਹਾਂ ਜੇ ਸ਼ੁਰੂ ਕਰਦੇ ਅਸੀਂ, ਜਿਵੇਂ ਸਰਕਾਰ ਦੀ ਪਾਲਿਸੀ ਆ ਵੀ ਨੀਆਂ ਤੱਕ ਇੰਨੇ ਪੈਸੇ, ਲੈਂਟਰ ਲੈਵਲ ਤੇ ਕਿੰਨੇ ਪੈਸੇ, ਅਸੀਂ ਪੈਸੇ ਪਾਉਂਦੇ ਹਾਂ। ਸੋ ਦੋਸਤੋ, ਗੱਲ ਕੀਤੀ ਜਾਵੇ ਅੱਜ ਨੂਰਮਹਿਲ ਵਿਖੇ ਨਗਰ ਕੌਂਸਲ ਵਿਖੇ ਲੱਗੇ ਧਰਨੇ ਦੀ, ਜਿਹੜੇ ਕੌਂਸਲਰ ਦੀਪਕ ਕੁਮਾਰ ਦੇ ਵੱਲੋਂ ਈਓ ਦੇ ਖਿਲਾਫ ਧਰਨਾ ਲਗਾਇਆ ਗਿਆ ਸੀ, ਜਿਸ ਵਿੱਚ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਸਰਕਾਰੀ ਤੰਤਰ ਦੀਆਂ ਜਿਹੜੀਆਂ ਆਪਣੀਆਂ ਖਾਮੀਆਂ ਨੇ ਉਹਨਾਂ ਨੂੰ ਉਜਾਗਰ ਨਹੀਂ ਕਰਦੇ ਤੇ ਆਉਣ ਵਾਲੇ ਜਿਹੜੇ ਲੋਕ ਨੇ ਇੱਥੇ ਕੰਮ ਕਰਵਾਉਣ ਆਉਂਦੇ ਨੇ ਉਹਨਾਂ ਨੂੰ ਖੱਜਲ ਕੀਤਾ ਜਾਂਦਾ। ਜਦੋਂ ਧਰਨੇ ਦੀ ਖਬਰ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਫੈਲੀ ਤਾਂ ਸ਼ਹਿਰ ਦੇ ਕਾਫੀ ਸਾਰੇ ਲੋਕ ਜਿਨ੍ਹਾਂ ਦੇ ਪੈਨਸ਼ਨਾਂ ਦੇ ਫਾਰਮ ਈਓ ਸਾਹਿਬ ਦੇ ਵੱਲੋਂ ਜਾਂ ਉਹਨਾਂ ਦੇ ਮੁਲਾਜ਼ਮਾਂ ਦੇ ਵੱਲੋਂ ਸਾਈਨ ਨਹੀਂ ਕੀਤੇ ਜਾਂਦੇ ਸੀਗੇ, ਲੋਕਾਂ ਨੂੰ ਬਾਰ-ਬਾਰ ਦਫ਼ਤਰਾਂ ਦੇ ਵਿੱਚ ਗੇੜੇ ਮਰਵਾਏ ਜਾਂਦੇ ਸੀਗੇ ਕਿ ਕੱਲ ਆਈਓ, ਕੱਲ ਆਈਓ, ਕੱਲ ਆਈਓ। ਅੱਜ ਇੱਕ ਕੌਂਸਲਰ ਦੇ ਵੱਲੋਂ ਧਰਨਾ ਲਗਾਏ ਜਾਣ ਤੇ ਉਹਨਾਂ ਸਾਰਿਆਂ ਲੋਕਾਂ ਦੇ ਜਿਹੜੇ ਸੀ ਮਸਲੇ ਸੀ ਉਹ ਤਕਰੀਬਨ ਹੱਲ ਹੋ ਗਏ ਤੇ ਜਿਹੜੇ ਲੋਕ ਆਪਣੀ ਆਵਾਜ਼ ਚੱਕਣਾ ਚਾਹੁੰਦੇ ਸੀ ਉਹ ਲੋਕ ਇਸ ਧਰਨੇ ਦੇ ਵਿੱਚ ਪਹੁੰਚੇ ਤੇ ਜਿਹੜੇ ਸਾਥੀ ਕੌਂਸਲਰ ਪਹੁੰਚੇ ਸੀ ਉਹਨਾਂ ਦਾ ਭੂਮਿਕਾ ਰਹੀ ਵੀ ਕੌਂਸਲਰ ਸਾਹਿਬ ਤੇ ਈਓ ਸਾਹਿਬ ਦੇ ਵਿੱਚ ਜਿਹੜਾ ਰਾਜੀਨਾਮਾ ਕਰਵਾ ਦਿੱਤਾ ਜਾਵੇ, ਜਿਹੜੇ ਸਾਈਨ ਹੈ, ਜਿਹੜੀ ਪੈਨਸ਼ਨ ਦਾ ਅੜਿੱਕਾ ਬਣਦਾ ਸੀਗਾ ਉਹਨੂੰ ਕਿਸੇ ਤਰੀਕੇ ਮਸਲਾ ਹੱਲ ਕਰ ਦਿੱਤਾ ਜਾਵੇ। ਪਰ ਕੌਂਸਲਰ ਦੀਪਕ ਕੁਮਾਰ ਦੇ ਵੱਲੋਂ ਆਪਣੀ ਮੰਗ ਤੇ ਅੜੇ ਰਹਿਣ ਦੇ ਕਰਕੇ ਸੀਡੀਪੀਓ ਮੈਡਮ ਦੇ ਵੱਲੋਂ ਇਹ ਲਿਖ ਕੇ ਦੇ ਦਿੱਤਾ ਗਿਆ ਆ ਕਿ ਜਿਹੜੀ ਇਹ ਬਜ਼ੁਰਗਾਂ ਦੀ ਪੈਨਸ਼ਨ ਆ ਉਹ ਬੱਚਿਆਂ ਦੀ ਆਮਦਨ ਦੇ ਨਾਲ ਕੋਈ ਉਹਦਾ ਮੈਟਰ ਨਹੀਂ ਹੈਗਾ, ਉਹ ਦੋਨਾਂ ਦੀ ਆਪਣੀ ਆਮਦਨ ਆ। ਜੇ ਉਹਨਾਂ ਕੋਲ ਆਮਦਨ ਨਹੀਂ ਹੈਗੀ ਤਾਂ ਉਹ ਪੈਨਸ਼ਨ ਦੇ ਲਈ ਜਾਇਜ਼ ਵਾਜਬ ਨੇ। ਸੋ ਗੱਲ ਕੀਤੀ ਜਾਵੇ ਈਓ ਸਾਹਿਬ ਦੀ ਤਾਂ ਨਗਰ ਕੌਂਸਲ ਦੇ ਵਿੱਚ ਜਿਹੜੀਆਂ ਖਾਮੀਆਂ ਪਾਈਆਂ ਜਾ ਰਹੀਆਂ ਹੈ ਈਓ ਸਾਹਿਬ ਨੂੰ ਸਾਰੇ ਲੋਕਾਂ ਦੇ ਵੱਲੋਂ ਦੱਸ ਦਿੱਤਾ ਗਿਆ। ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਨੂਰਮਹਿਲ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਹੁੰਦੀਆਂ ਕਿ ਨਹੀਂ ਹੁੰਦੀਆਂ। ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਆ ਕਿਉਂਕਿ ਲੋਕ ਅਕਸਰ ਸਰਕਾਰੀ ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਨੇ। ਹੁਣ ਨਵੀਂ ਸਰਕਾਰ ਬਣੀ ਆ, ਲੋਕਾਂ ਨੂੰ ਇੱਕ ਬੜੀ ਵੱਡੀ ਆਸ ਆ ਨਵੀਂ ਸਰਕਾਰ ਦੇ ਉੱਤੇ ਕਿ ਸ਼ਾਇਦ ਸਾਡੇ ਮਸਲੇ ਹੱਲ ਹੋਣਗੇ, ਪਰ ਇਹ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ। ਕੈਮਰਾ ਪਰਸਨ ਸਨੀ ਦੇ ਨਾਲ ਲਵਲੀ ਕੁਮਾਰ, ਸਾਈ ਟੀਵੀ ਨੂਰਮਹਿਲ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ, ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।